Next is basidiomycetes. Okay, so commonly known forms of basidiomycetes are mushrooms, bracket fungi और puffballs. Commonly known forms करिए ने mushrooms ने, bracket fungi ने and puffballs ने गए एक ही ਆ soil ਦੇ ਉੱਪਰ, logs ਦੇ ਉੱਪਰ, tree stumps ਦੇ ਉੱਪਰ ਤੇ living plant bodies ਦੇ ਉੱਪਰ as parasites ਆਪਾਂ ਨੂੰ ਦੇਖਣ ਨੂੰ ਮਿਲਦੇ ਨੇ। ਠੀਕ ਆ, ਪੈਰਾਸਾਈਟਸ ਕਿਹੜੇ ਰਸਟਸ ਤੇ ਸਮਰਟਸ ਹੋ ਗਏ। ਠੀਕ ਹੈ, ਜਿਹੜਾ ਮਾਈਸੀਲੀਅਮ ਹੁੰਦਾ ਇਹਨਾਂ ਦਾ ਉਹ ਕੀ ਹੁੰਦਾ, ਬ੍ਰਾਂਚ ਤੇ ਸੈਪਟੇਡ ਹੁੰਦਾ। ਸਿਰਫ ਫਾਈਕੋਮਾਈਸੀਟਸ ਦਾ ਹੀ ਅਨਬ੍ਰਾਂਚਡ ਤੇ ਇਹ ਸੈਪਟੇਡ ਮਾਈਸੀਲੀਅਮ ਹੁੰਦਾ, ਬਾਕੀ ਸਾਰਿਆਂ ਦਾ ਬ੍ਰਾਂਚਡ ਐਂਡ ਸੈਪਟੇਡ ਮਾਈਸੀਲੀਅਮ ਹੁੰਦਾ ਹੈਗਾ। ਠੀਕ ਹੈ, ਦ ਏਸੈਕਸ਼ੁਅਲ ਸਪੋਰਸ ਆਰ ਜਨਰਲੀ ਨੋਟ ਫਾਊਂਡ। ਇਹਨਾਂ ਦੇ ਵਿੱਚ ਏਸੈਕਸ਼ੁਅਲ ਸਪੋਰਸ ਨਹੀਂ ਦੇਖਣ ਨੂੰ ਮਿਲਦੇ, ਬਟ ਵੈਜੀਟੇਟਿਵ ਰੀਪਰੋਡਕਸ਼ਨ ਇਹਨਾਂ ਦੇ ਵਿੱਚ ਫ੍ਰੈਗਮੈਂਟੇਸ਼ਨ ਦੇ ਨਾਲ ਹੁੰਦੀ ਹੈ, ਉਹ ਬਹੁਤ ਕਾਮਨ ਹੈ। ਜਿਹੜੇ ਇਹਨਾਂ ਦੇ ਸੈਕਸ ਆਰਗਨਸ ਹੁੰਦੇ ਨੇ ਉਹ ਵੀ ਐਬਸੈਂਟ ਹੁੰਦੇ ਨੇ। ਇੱਕ ਤਾਂ ਏਸੈਕਸ਼ੁਅਲ ਸਪੋਰਸ ਵੀ ਨਹੀਂ ਦੇਖਣ ਨੂੰ ਮਿਲਦੇ, ਦੂਜਾ ਇਹਨਾਂ ਦੇ ਵਿੱਚ ਸੈਕਸ ਆਰਗਨਸ ਵੀ ਐਬਸੈਂਟ ਹੁੰਦੇ ਨੇਗੇ। ਫਿਰ ਇਹ ਸੈਕਸ਼ੁਅਲ ਰੀਪਰੋਡਕਸ਼ਨ ਕਿਸ ਤਰ੍ਹਾਂ ਕਰਦੇ ਨੇ, ਇਹਨਾਂ ਦੇ ਵਿੱਚ ਜਿਹੜੀ ਪਲਾਜ਼ਮੋਗੈਮੀ ਆ ਉਹ ਕੀ ਹੈ, ਦੋ ਵੈਜੀਟੇਟਿਵ ਜਾਂ ਤੁਸੀਂ ਕਹਿ ਸਕਦੇ ਹੋ ਸੋਮੈਟਿਕ ਸੈਲਸ ਦੀ ਫਿਊਜ਼ਨ ਦੇ ਨਾਲ ਹੁੰਦੀ ਹੈ। ਅਤੇ ਜਿਹੜੇ ਸੋਮੈਟਿਕ ਸੈਲਸ ਨੇ, ਜਿਹੜੇ ਸੋਮੈਟਿਕ ਸੈਲਸ ਨੇ ਡਿਫਰੈਂਟ ਸਟ੍ਰੇਨਸ ਦੇ ਜਾਂ ਡਿਫਰੈਂਟ ਜੀਨੋਟਾਈਪਸ ਦੇ ਹੋਣੇ ਚਾਹੀਦੇ ਨੇ। ਅਤੇ ਜਿਹੜਾ ਇਹਨਾਂ ਦਾ ਰਿਜ਼ਲਟੈਂਟ ਸਟਰਕਚਰ ਆ ਉਹਨੂੰ ਉਹ ਕੀ ਹੁੰਦਾ, ਡਾਈਕੈਰੀਓਟਿਕ ਹੁੰਦਾ ਅਤੇ N+N ਸਟੇਜ ਹੁੰਦੀ ਹੈ। ਇਹਦਾ ਮਤਲਬ N+N ਸਟੇਜ ਹੁੰਦੀ ਆ ਅਤੇ ਫਿਰ ਉਹ ਤੋਂ ਹੀ ਬੈਸੀਰੀਅਮ ਬਣਦਾ, ਮਤਲਬ ਬੈਸੀਰੀਅਮ ਵੀ N+N ਹੀ ਹੁੰਦਾ ਹੈਗਾ, ਕਿਉਂਕਿ ਇਹਨਾਂ ਨੇ ਕਿਹਾ ਡਾਈਕੈਰੀਓਨ ਤੋਂ ਹੀ ਰਿਜ਼ਲਟੈਂਟ ਸਟਰਕਚਰ ਬਣਦਾ, ਰਾਈਟ। ਜਿਹੜੀ ਕੈਰੀਓਗੈਮੀ ਅਤੇ ਮਿਓਸਿਸ ਆ ਫਿਰ ਉਹਦੇ ਬਾਅਦ ਹੁੰਦੀ ਆ ਬੈਸੀਰੀਅਮ ਦੇ ਵਿੱਚ, ਮਤਲਬ ਬੈਸੀਰੀਅਮ N+N ਹੁੰਦਾ ਗਾ। ਬੈਸੀਰੀਅਮ ਦੇ ਵਿੱਚ ਕੈਰੀਓਗੈਮੀ ਹੁੰਦੀ ਆ, ਫਿਊਜ਼ਨ ਬੈਸੀਰੀਅਮ ਦੇ ਵਿੱਚ ਹੁੰਦੀ ਆ। ਫਿਰ ਉਹਦੇ ਬਾਅਦ ਉਹਦੇ ਵਿੱਚ ਮਿਓਸਿਸ ਹੋ ਜਾਂਦੀ ਆ ਐਂਡ ਫਿਰ ਉਹਦੇ ਵਿੱਚੋਂ 4 ਬੈਸੀਰੀਓਸਪੋਰਸ ਬਣਦੇ ਨੇਗੇ। ਅਤੇ ਜਿਹੜੇ ਬੈਸੀਰੀਓਸਪੋਰਸ ਨੇ ਉਹ ਐਕਸੋਜੀਨੀਅਸਲੀ ਪ੍ਰੋਡਿਊਸ ਹੁੰਦੇ ਨੇ ਬੈਸੀਰੀਅਮ ਦੇ ਉੱਪਰ, ਅਤੇ ਜਿਹੜੇ ਕਾਫੀ ਸਾਰੇ ਬੈਸੀਰੀਆ ਹੁੰਦੇ ਨੇ ਉਹ ਫਲੋਟਿੰਗ ਬੋਡੀਜ਼ ਦੇ ਵਿੱਚ ਅਰੇਂਜ ਹੁੰਦੇ ਨੇ, ਜਿਨ੍ਹਾਂ ਨੂੰ ਕਿ ਬੈਸੀਰੀਓਕਾਰਪਸ ਕਿਹਾ ਜਾਂਦਾ ਹੈ। ਕੁਝ ਕਾਮਨ ਮੈਂਬਰਸ ਹੈਗੇ ਨੇ ਅਗੈਰੀਕਸ, ਓਸਟੀਲੈਗੋ ਅਤੇ ਪਕਸੀਨੀਆ। ਅਗੈਰੀਕਸ ਕਿਹਦਾ ਨਾਮ ਹੈ, ਮਸ਼ਰੂਮ ਨੂੰ ਅਗੈਰੀਕਸ ਕਿਹਾ ਜਾਂਦਾ, ਓਸਟੀਲੈਗੋ ਸਮਟ ਨੂੰ ਕਿਹਾ ਜਾਂਦਾ ਐਂਡ ਪਕਸੀਨੀਆ ਰਸਟ ਫੰਗਸ ਨੂੰ ਕਿਹਾ ਜਾਂਦਾ ਹੈਗਾ। Okay, now revising it again, commonly known forms ਨੇ ਮਸ਼ਰੂਮਸ, ਬ੍ਰੈਕਟ ਫੰਜਾਈ ਅਤੇ ਪਫਬੋਲਸ। ਠੀਕ ਹੈ, ਅਤੇ ਸੋਇਲ, ਲੌਗਸ, ਟਰੀ ਸਟੰਪਸ ਅਤੇ ਲਿਵਿੰਗ ਪਲਾਂਟ ਬੋਡੀਜ਼ ਦੇ ਉੱਪਰ ਪੈਰਾਸਾਈਟਸ ਰਹਿੰਦੇ ਨੇਗੇ। ਓਕੇ, ਅਤੇ ਪੈਰਾਸਾਈਟਸ ਕਿਹੜੇ ਹੁੰਦੇ ਨੇ, ਰਸਟਸ ਅਤੇ ਸਮਰਟਸ ਆਪਾਂ ਨੂੰ ਪੈਰਾਸਾਈਟਿਕ ਫਾਰਮਸ ਦੇਖਣ ਨੂੰ ਮਿਲਦੀਆਂ ਨੇ। ਮਾਈਸੀਲੀਅਮ ਇਹਨਾਂ ਦਾ ਕੀ ਹੁੰਦਾ ਹੈਗਾ, ਬ੍ਰਾਂਚ ਅਤੇ ਸੈਪਰੇਟ ਮਾਈਸੀਲੀਅਮ ਹੁੰਦਾ ਹੈਗਾ। ਏਸੈਕਸ਼ੁਅਲ ਸਪੋਰਸ ਇਹਨਾਂ ਦੇ ਵਿੱਚ ਨਹੀਂ ਹੁੰਦੇ ਹੈਗੇ ਐਂਡ ਵੈਜੀਟੇਟਿਵ ਰੀਪਰੋਡਕਸ਼ਨ ਇਹਨਾਂ ਦੇ ਵਿੱਚ ਫ੍ਰੈਗਮੈਂਟੇਸ਼ਨ ਦੇ ਨਾਲ ਹੁੰਦੀ ਹੈਗੀ। ਸੈਕਸ ਆਰਗਨਸ ਇਹਨਾਂ ਦੇ ਵਿੱਚ ਐਬਸੈਂਟ ਹੁੰਦੇ ਨੇ, ਬਟ ਪਲਾਜ਼ਮੋਗੈਮੀ ਕੀ ਹੁੰਦੀ ਹੈਗੀ, ਵੈਜੀਟੇਟਿਵ ਜਾਂ ਸੋਮੈਟਿਕ ਸੈਲਸ ਦੀ ਫਿਊਜ਼ਨ ਦੇ ਨਾਲ। ਅਤੇ ਵੈਜੀਟੇਟਿਵ ਅਤੇ ਸੋਮੈਟਿਕ ਸੈਲਸ ਡਿਫਰੈਂਟ ਸਟ੍ਰੇਨਸ ਦੇ ਜਾਂ ਡਿਫਰੈਂਟ ਜੀਨੋਟਾਈਪਸ ਨੂੰ ਬਿਲੋਂਗ ਕਰਦੇ ਹੋਣੇ ਚਾਹੀਦੇ ਨੇ। ਅਤੇ ਜਿਹੜਾ ਰਿਜ਼ਲਟੈਂਟ ਸਟਰਕਚਰ ਆ ਉਹ ਡਾਈਕੈਰੀਓਟਿਕ ਹੁੰਦਾ ਅਤੇ ਉਹ ਤੋਂ ਅਲਟੀਮੇਟਲੀ ਕੀ ਬਣ ਜਾਂਦਾ, ਬੈਸੀਰੀਅਮ। ਕੈਰੀਓਗੈਮੀ ਅਤੇ ਮਿਓਸਿਸ ਹੁੰਦੀ ਹੈਗੀ ਬੈਸੀਰੀਅਮ ਦੇ ਵਿੱਚ, ਜਿਹਦੇ ਤੋਂ 4 ਬੈਸੀਰੀਓਸਪੋਰਸ ਬਣਦੇ ਨੇਗੇ। ਜਿਹੜੇ ਬੈਸੀਰੀਓਸਪੋਰਸ ਨੇ ਉਹ ਐਕਸੋਜੀਨੀਅਸਲੀ ਪ੍ਰੋਡਿਊਸ ਹੁੰਦੇ ਨੇ ਬੈਸੀਰੀਅਮ ਦੇ ਉੱਪਰ। ਜਿਹੜੇ ਬੈਸੀਰੀਆ ਹੁੰਦੇ ਨੇ ਉਹਨਾਂ ਨੂੰ ਕੀ ਹੈ, ਫਲੋਟਿੰਗ ਬੋਡੀਜ਼ ਦੇ ਵਿੱਚ ਉਹ ਅਰੇਂਜ ਹੁੰਦੇ ਨੇ, ਜਿਹਨਾਂ ਨੂੰ ਕਿ ਬੈਸੀਰੀਓਕਾਰਪਸ ਕਿਹਾ ਜਾਂਦਾ ਹੈਗਾ। ਕੁਝ ਕਾਮਨ ਮੈਂਬਰਸ ਹੈਗੇ ਨੇ ਅਗੈਰੀਕਸ, ਮਸ਼ਰੂਮ, ਓਸਟੀਲੈਗੋ ਸਮਟ ਐਂਡ ਪਕਸੀਨੀਆ ਰਸਟ ਫੰਗਸ। Now, moving on to the deuteromycetes, ਜਿਹੜੇ ਕਾਮਨਲੀ ਨੋਨ ਇਹਨਾਂ ਨੂੰ ਕਾਮਨਲੀ ਕੀ ਕਿਹਾ ਜਾਂਦਾ ਹੈਗਾ, ਇੰਪਰਫੈਕਟ ਫੰਜਾਈ ਕਿਹਾ ਜਾਂਦਾ ਹੈਗਾ, ਕਿਉਂਕਿ ਇਹਨਾਂ ਦੇ ਵਿੱਚ ਸਿਰਫ ਏਸੈਕਸ਼ੁਅਲ ਜਾਂ ਫਿਰ ਵੈਜੀਟੇਟਿਵ ਫੇਸ ਹੀ ਨੋਨ ਹੁੰਦਾ ਹੈਗਾ। ਇਹਨਾਂ ਦੇ ਵਿੱਚ ਏਸੈਕਸ਼ੁਅਲ ਜਾਂ ਫਿਰ ਵੈਜੀਟੇਟਿਵ ਰਿਪਰੋਡਕਸ਼ਨ ਹੀ ਹੁੰਦੀ ਆ, ਇਹਨਾਂ ਦੇ ਵਿੱਚ ਸੈਕਸ਼ੁਅਲ ਰਿਪਰੋਡਕਸ਼ਨ ਨਹੀਂ ਹੁੰਦੀ ਹੈਗੀ, ਇਸ ਕਰਕੇ ਇਹਨਾਂ ਨੂੰ ਫੰਜਾਈ ਇੰਪਰਫੈਕਟ ਹੀ ਕਿਹਾ ਜਾਂਦਾ ਹੈਗਾ। ਅਤੇ ਜੇ ਇਹਨਾਂ ਦੇ ਵਿੱਚ ਜਦੋਂ ਸੈਕਸ਼ੁਅਲ ਫਾਰਮਸ ਲੱਭ ਜਾਂਦੀਆਂ ਨੇ ਤਾਂ ਇਹਨਾਂ ਨੂੰ ਕੀ ਕਿਸੇ ਹੋਰ ਕਲਾਸ ਦੇ ਵਿੱਚ ਮੂਵ ਕਰ ਦਿੱਤਾ ਜਾਂਦਾ, ਜਿੱਦੋਂ ਇਹ ਰਾਈਟਲੀ ਬਿਲੋਂਗ ਕਰਦੇ ਨੇ। ਇੱਦਾਂ ਵੀ ਹੋ ਸਕਦਾ ਕਿ ਜਿਹੜਾ ਏਸੈਕਸ਼ੁਅਲ ਅਤੇ ਵੈਜੀਟੇਟਿਵ ਸਟੇਜ ਆ ਉਹਨੂੰ ਇੱਕ ਨਾਮ ਦੇ ਕੇ ਡਿਊਟੈਰੋਮਾਈਸੀਟਸ ਦੇ ਵਿੱਚ ਰੱਖਤਾ ਹੋਵੇ, ਜਿਹੜੀ ਸੈਕਸ਼ੁਅਲ ਸਟੇਜ ਹੈ ਉਹਨੂੰ ਦੂਜਾ ਨਾਮ ਦੇ ਕੇ ਕਿਸੇ ਹੋਰ ਕਲਾਸ ਦੇ ਵਿੱਚ ਐਸਕੋਮਾਈਸੀਟਸ ਜਾਂ ਬੈਸੀਡੀਓਮਾਈਸੀਟਸ ਦੇ ਵਿੱਚ ਰੱਖਦਾ ਹੋਵੇ। ਜਦੋਂ ਦੋਨੇ ਸਟੇਜਸ ਦੇ ਵਿੱਚ ਲਿੰਕੇਜ ਆਪਾਂ ਨੂੰ ਪਤਾ ਲੱਗ ਜਾਂਦੀਆਂ ਨਾ, ਤਾਂ ਜਿਹੜੇ ਫੰਜਾਈ ਨੇ ਉਹਨੂੰ ਆਪਾਂ ਡਿਊਟੈਰੋਮਾਈਸੀਟਸ 'ਚੋਂ ਕੱਢ ਕੇ ਜਿਹੜੀ ਕਲਾਸ ਨੂੰ ਰਾਈਟਲੀ ਬਿਲੋਂਗ ਕਰਦੇ ਨੇ ਉਹਦੇ ਵਿੱਚ ਪਾ ਦਿੰਦੇ ਹਾਂ। ਠੀਕ ਹੈ, ਜਦੋਂ ਪਰਫੈਕਟ ਸੈਕਸ਼ੁਅਲ ਸਟੇਜ ਆਪਾਂ ਨੂੰ ਮੈਂਬਰਸ ਦੀ ਪਤਾ ਲੱਗ ਜਾਂਦੀ ਹੈ ਡਿਊਟੈਰੋਮਾਈਸੀਟਸ ਦੀ, ਤਾਂ ਕਿ ਐਸਕੋਮਾਈਸੀਟਸ ਜਾਂ ਬੈਸੀਡੀਓਮਾਈਸੀਟਸ ਦੇ ਵਿੱਚ ਚਲ ਜਾਂਦੇ ਨੇ। ਡਿਊਟੈਰੋਮਾਈਸੀਟਸ ਸਿਰਫ ਅਤੇ ਸਿਰਫ ਏਸੈਕਸ਼ੁਅਲ ਸਪੋਰਸ ਨਾਲ ਰਿਪਰੋਡਿਊਸ ਕਰਦੇ ਨੇ, ਅਤੇ ਏਸੈਕਸ਼ੁਅਲ ਸਪੋਰਸ ਨੂੰ ਕੋਨੀਡੀਆ ਕਿਹਾ ਜਾਂਦਾ ਹੈਗਾ, ਮਤਲਬ ਜਿਹਦੇ ਨਾਲ ਐਸਕੋਮਾਈਸੀਟਸ ਵੀ ਕਰਦੇ ਸੀ, ਰਾਈਟ। ਐਂਡ ਮਾਈਸੀਲੀਅਮ ਇਹਨਾਂ ਦਾ ਸੈਪਰੇਟ ਅਤੇ ਬ੍ਰਾਂਚਡ ਹੁੰਦਾ ਹੈਗਾ। ਸਮ ਮੈਂਬਰਸ ਜਿਹੜੇ ਆ ਸੈਪਰੋਫਾਈਟਸ ਹੁੰਦੇ ਨੇ ਜਾਂ ਪੈਰਾਸਾਈਟਸ ਹੁੰਦੇ ਨੇ,
ਵਾਈਲ ਇਹਨਾਂ ਦੇ ਲਾਰਜ ਨੰਬਰ ਕੀ ਹੁੰਦੇ ਨੇ, ਡੀਕੰਪੋਜ਼ਰਸ ਹੁੰਦੇ ਨੇ ਲੀਟਰ ਦੇ, ਅਤੇ ਮਿਨਰਲ ਸਾਈਕਲਿੰਗ ਦੇ ਵਿੱਚ ਹੈਲਪ ਕਰਦੇ ਨੇ। ਕੁਝ ਸੈਪਰੋਫਾਈਟਸ ਜਾਂ ਪੈਰਾਸਾਈਟਸ ਹੁੰਦੇ ਨੇ, ਬਟ ਲਾਰਜ ਮੈਜੋਰਿਟੀ ਇਹਨਾਂ ਦੀ ਕੀ ਹੁੰਦੀ ਹੈ ਕਿ ਡੀਕੰਪੋਜ਼ਰਸ ਹੁੰਦੀ ਹੈ। ਇਹਦੇ ਐਗਜ਼ਾਮਪਲਸ ਹੈਗੇ ਨੇ ਕੈਟ, ਕੋਲੈਟੋਟ੍ਰਾਈਕਮ, ਅਲਟਰਨੇਰੀਆ ਐਂਡ ਟ੍ਰਾਈਕੋਡਰਮਾ। ਅਤੇ ਇਹਦੇ ਕੀ ਸੀਗੇ, UAP। ਉਸ ਤੋਂ ਇਲਾਵਾ ਅਗੈਰਿਕਸ ਫੈਕਸੀਨੀਆ। ਓਕੇ, ਨੋ ਕਿੰਗਡਮ ਪਲਾਂਟੀ। ਕਿੰਗਡਮ ਪਲਾਂਟੀ ਦੇ ਵਿੱਚ ਸਾਰੇ ਯੂਕਰੀਓਟਿਕ ਕਲੋਰੋਫਿਲ ਕੰਟੇਨਿੰਗ ਆਰਗੈਨਿਜ਼ਮਸ ਹੁੰਦੇ ਨੇ, ਜਿਨ੍ਹਾਂ ਨੂੰ ਕਿ ਪਲਾਂਟਸ ਕਿਹਾ ਜਾਂਦਾ ਹੈਗਾ। ਅਤੇ ਇਹਨਾਂ ਦੇ ਕੁਝ ਮੈਂਬਰ ਜਿਹੜੇ ਆ ਪਾਰਸ਼ੀਅਲੀ ਹੈਟਰੋਟ੍ਰੋਫਿਕ ਹੁੰਦੇ ਨੇ, ਜਿਵੇਂ ਕਿ ਇਨਸੈਕਟੀਵਰਸ ਪਲਾਂਟਸ ਹੋ ਗਏ ਜਾਂ ਪੈਰਾਸਾਈਟਸ ਹੋ ਗਏ। ਪਲੈਟਰਫੋਰ ਅਤੇ ਵੀਨਸ ਫਲਾਈਟੈਪ ਕੀ ਨੇ ਇਨਸੈਕਟੀਵਰਸ ਪਲਾਂਟਸ ਨੇ, ਐਂਡ ਕਸਕਿਊਟਾ ਕੀ ਹੈ ਇੱਕ ਪੈਰਾਸਾਈਟ ਆ। ਜਿਹੜੇ ਪਲਾਂਟ ਸੈਲਸ ਹੁੰਦੇ ਨੇ ਉਹਨਾਂ ਦੇ ਕੋਲ ਯੂਕਰੀਓਟਿਕ ਸਟਰਕਚਰ ਹੁੰਦਾ, ਜਿਹਦੇ ਕੋਲ ਪ੍ਰੋਮੀਨੈਂਟ ਕਲੋਰੋਪਲਾਸਟਸ ਹੁੰਦੇ ਨੇ, ਅਤੇ ਸੈਲ ਵਾਲ ਜਿਹੜੀ ਇਹਨਾਂ ਦੀ ਸੈਲੂਲੋਸ ਦੀ ਬਣੀ ਹੁੰਦੀ ਆ। ਠੀਕ ਹੈ, ਆਪਾਂ ਯੂਕਰੀਓਟਿਕ ਸੈੱਲ ਨੂੰ ਡਿਟੇਲ ਦੇ ਵਿੱਚ ਚੈਪਟਰ 8 ਦੇ ਵਿੱਚ ਪੜ੍ਹਾਂਗੇ। ਪਲਾਂਟੇ ਦੇ ਵਿੱਚ ਕਿਹੜੇ ਕਿਹੜੇ ਫਾਈਲਮ ਹੁੰਦੇ ਨੇ, ਐਲਗੇ, ਬ੍ਰਾਇਓਫਾਈਟਸ, ਟੈਰੀਡੋਫਾਈਟਸ, ਜਿਮਨੋਸਪਰਮਸ ਅਤੇ ਐਂਜੀਓਸਪਰਮਸ। ਠੀਕ ਹੈ, ਜਿਹੜਾ ਪਲਾਂਟਸ ਦਾ ਲਾਈਫ ਸਾਈਕਲ ਹੁੰਦਾ ਉਹਦੇ ਵਿੱਚ ਦੋ ਡਿਸਟਿੰਕਟ ਫੇਸਿਸ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ, ਡਿਪਲੋਇਡ ਸਪੋਰੋਫਿਟਿਕ ਅਤੇ ਹੈਪਲੋਇਡ ਗੈਮੇਟੋਫਿਟਿਕ ਸਟੇਜ ਇਹਨਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਜਿਹੜੇ ਕਿ ਇੱਕ ਦੂਸਰੇ ਨਾਲ ਅਲਟਰਨੇਟ ਕਰਦੇ ਨੇ। ਮਤਲਬ ਕਈ ਵਾਰੀ ਆਪਾਂ ਨੂੰ ਗੈਮੇਟੋਫਿਟਿਕ ਸਟੇਜ ਦੇਖਣ ਨੂੰ ਮਿਲਦੀ ਹੈ, ਅਤੇ ਕਦੇ ਕਦੇ ਆਪਾਂ ਨੂੰ ਸਪੋਰੋਫਿਟਿਕ ਸਟੇਜ ਦੇਖਣ ਨੂੰ ਮਿਲਦੀ ਹੈਗੀ। ਜਿਹੜੀ ਲੈਂਥਸ ਹੁੰਦੀਆਂ ਨੇ ਹੈਪਲੋਇਡ ਅਤੇ ਡਿਪਲੋਇਡ ਫੇਸਿਸ ਦੀਆਂ, ਉਹ ਡਿਪੈਂਡ ਕਰਦੀਆਂ ਨੇ, ਠੀਕ ਹੈ, ਵੇਰੀ ਕਰਦੀਆਂ ਨੇ। ਮਤਲਬ ਐਲਗੇ ਦੇ ਵਿੱਚ ਹੈਪਲੋਇਡ ਫੇਸ ਜ਼ਿਆਦਾ ਦੇਖਣ ਨੂੰ ਮਿਲੂਗਾ, ਅਤੇ ਵੇਰਸ ਐਂਜੀਓਸਪਰਮਸ ਦੇ ਵਿੱਚ ਡਿਪਲੋਇਡ ਫੇਸ ਜ਼ਿਆਦਾ ਦੇਖਣ ਨੂੰ ਮਿਲੂਗਾ। ਇੱਦਾਂ ਹੀ ਬਾਕੀ ਸਾਰਿਆਂ ਦੇ ਵਿੱਚ ਇਹ ਵੇਰੀ ਕਰਦਾ ਰਹਿੰਦਾ ਹੈਗਾ। ਠੀਕ ਹੈ, ਅਤੇ ਐਂ ਵੀ ਵੇਰੀ ਕਰਦਾ ਕਿ ਇਹਨਾਂ ਦੇ ਵਿੱਚ ਹੈਪਲੋਇਡ ਫੇਸ ਫ੍ਰੀ ਲਿਵਿੰਗ ਹੋਊਗਾ ਜਾਂ ਫਿਰ ਡਿਪਲੋਇਡ ਫੇਸ ਫ੍ਰੀ ਲਿਵਿੰਗ ਹੋਊਗਾ, ਅਤੇ ਕਿਹੜਾ ਫੇਸ ਦੂਜੇ ਦੇ ਉੱਪਰ ਡਿਪੈਂਡੈਂਟ ਕਰੂਗਾ। ਠੀਕ ਹੈ, ਡਿਫਰੈਂਟ ਗਰੁੱਪਸ ਦੇ ਵਿੱਚ ਵੇਰੀ ਕਰਦਾ ਹੈਗਾ। ਅਤੇ ਇਸ ਫੈਨੋਮੀਨਾ ਨੂੰ ਕੀ ਕਹਿੰਦੇ, ਅਲਟਰਨੇਸ਼ਨ ਆਫ ਜਨਰੇਸ਼ਨ ਕਿਹਾ ਜਾਂਦਾ ਹੈਗਾ। ਨੈਕਸਟ ਇਸ ਕਿੰਗਡਮ ਐਨੀਮੀਲੀਆ। ਕਿੰਗਡਮ ਐਨੀਮੀਲੀਆ ਦੇ ਵਿੱਚ ਹੈਟਰੋਟ੍ਰੋਫਿਕ ਯੂਕਰੀਓਟਿਕ ਆਰਗੈਨਿਜ਼ਮਸ ਹੁੰਦੇ ਨੇ, ਜਿਹੜੇ ਕਿ ਮਲਟੀ ਸੈਲੂਲਰ ਹੁੰਦੇ ਨੇ, ਸੈਲ ਵਾਲ ਨਹੀਂ ਹੁੰਦੀ ਜਿਨ੍ਹਾਂ ਦੇ ਕੋਲ। ਇਹ ਡਾਇਰੈਕਟਲੀ ਇਨਡਾਇਰੈਕਟਲੀ ਪਲਾਂਟਸ ਦੇ ਉੱਪਰ ਹੀ ਡਿਪੈਂਡ ਕਰਦੇ ਨੇ ਫੂਡ ਦੇ ਲਈ। ਇਹ ਕੀ ਆ, ਫੂਡ ਨੂੰ ਇੱਕ ਇੰਟਰਨਲ ਕੈਵਿਟੀ ਦੇ ਵਿੱਚ ਕੀ ਕਰਦੇ ਨੇ, ਡਾਈਜੈਸਟ ਕਰਦੇ ਨੇ, ਅਤੇ ਰਿਜ਼ਰਵ ਫੂਡ ਨੂੰ ਗਲਾਈਕੋਜਨ ਜਾਂ ਫਿਰ ਫੈਟ ਦੀ ਫਾਰਮ ਦੇ ਵਿੱਚ ਸਟੋਰ ਕਰਕੇ ਰੱਖਦੇ ਨੇ। ਇਹਨਾਂ ਦਾ ਮੋਡ ਆਫ ਨਿਊਟ੍ਰੀਸ਼ਨ ਹੋਲੋਜ਼ੋਇਕ ਹੁੰਦਾ, ਮਤਲਬ ਇਹ ਫੂਡ ਨੂੰ ਇੰਜੈਸਟ ਕਰਦੇ ਨੇ। ਇੱਕ ਡੈਫੀਨੇਟ ਗਰੋਥ ਪੈਟਰਨ ਨੂੰ ਫੋਲੋ ਕਰਦੇ ਨੇ, ਅਤੇ ਅਡਲਟਸ ਦੇ ਵਿੱਚ ਗਰੋ ਕਰ ਜਾਂਦੇ ਨੇ, ਜਿਨ੍ਹਾਂ ਦੀ ਇੱਕ ਡੈਫੀਨੇਟ ਸ਼ੇਪ ਵੀ ਸਾਈਜ਼ ਹੁੰਦਾ ਹੈਗਾ। ਹਾਇਰ ਫਾਰਮ ਜਿਹੜੀਆਂ ਹੁੰਦੀਆਂ ਨੇ ਇਹਨਾਂ ਦੀ, ਉਹਦੇ ਕੋਲ ਇਲੈਬੋਰੇਟ ਸੈਂਸਰੀ ਅਤੇ ਨਿਊਰੋਮੋਟਰ ਮੈਕੈਨਿਜ਼ਮ ਹੁੰਦੇ ਨੇ, ਅਤੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਹੁੰਦੇ ਆ ਲੋਕੋਮੋਸ਼ਨ ਕਰ ਸਕਦੇ ਨੇ। ਇਹਨਾਂ ਦੇ ਵਿੱਚ ਜਿਹੜੀ ਸੈਕਸ਼ੂਅਲ ਰੀਪਰੋਡਕਸ਼ਨ ਉਹ ਕਾਹਦੇ ਨਾਲ ਹੁੰਦੀ ਹੈ, ਕਾਪੂਲੇਸ਼ਨ ਦੇ ਨਾਲ ਹੁੰਦੀ ਹੈ। ਮਤਲਬ ਮੇਲ ਅਤੇ ਫੀਮੇਲ ਕੀ ਆ, ਉਹ ਕਾਪੂਲੇਟ ਕਰਦੇ ਨੇ, ਅਤੇ ਫਿਰ ਉਹਦੇ ਬਾਅਦ ਜ਼ਾਈਗੋਟ ਬਣ ਕੇ ਫੋਲੋ ਹੁੰਦੀ ਹੈ ਇੱਕ ਐਂਬਰੀਓਲੋਜੀਕਲ, ਮਤਲਬ ਜ਼ਾਈਗੋਟ ਤੋਂ ਬਾਅਦ ਐਂਬਰੀਓਲੋਜੀਕਲ ਡਿਵੈਲਪਮੈਂਟ ਹੁੰਦੀ ਆ। ਠੀਕ ਹੈ, ਬਾਕੀ ਇਹਨੂੰ ਡਿਟੇਲ ਦੇ ਵਿੱਚ ਆਪਾਂ ਚੈਪਟਰ 4 ਦੇ ਵਿੱਚ ਆਲਰੇਡੀ ਪੜ੍ਹ ਚੁੱਕੇ ਹਾਂ। ਵਾਇਰਸਿਸ, ਵਿਰੀਓਡਸ ਅਤੇ ਪ੍ਰਾਇਓਨਸ ਅਤੇ ਲਾਈਕਨਸ। ਠੀਕ ਹੈ, 5 ਵਿਲਨ ਕਲਾਸੀਫਿਕੇਸ਼ਨ ਦੇ ਵਿੱਚ ਵਿਡੇਕਰ ਨੇ ਕੁਝ ਆਰਗੈਨਿਜ਼ਮਸ ਦਾ ਕੋਈ ਮੈਂਸ਼ਨ ਨਹੀਂ ਕੀਤਾ ਹੈਗਾ, ਕਿਉਂਕਿ ਇਹ ਏ ਸੈਲੂਲਰ ਆਰਗੈਨਿਜ਼ਮ ਸੀ, ਜਿੱਦਾਂ ਕਿ ਵਾਇਰਸ, ਵਿਰੀਓਡਸ ਅਤੇ ਪ੍ਰਾਇਓਨਸ ਹੋ ਗਏ। ਇਹਨਾਂ ਨੂੰ ਆਪਾਂ ਬਰੀਫਲੀ ਇੱਥੇ ਇੰਟਰੋਡਿਊਸ ਕਰਿਆ ਹੈਗਾ। ਸਾਰਾ ਆਪਾਂ ਨੂੰ ਕੀ ਆ, ਕਾਮਨ ਕੋਲਡ ਤਾਂ ਕਦੇ ਨਾ ਕਦੇ ਹੋਇਆ ਹੀ ਹੋਊਗਾ, ਤਾਂ ਆਪਾਂ ਨੂੰ ਉਹ ਤੋਂ ਵਾਇਰਸ ਦੇ ਇੰਪੈਕਟ ਬਾਰੇ ਪਤਾ ਹੀ ਹੈਗਾ। ਓਕੇ, ਭਾਵੇਂ ਆਪਾਂ ਨੂੰ ਕਦੇ ਨਾ ਵੀ ਹੋਵੇ, ਆਪਾਂ ਨੂੰ ਕਿਸੇ ਹੋਰ ਦੀ ਕੰਡੀਸ਼ਨ ਬਾਰੇ, ਜਿਹਨੂੰ ਵਾਇਰਲ ਇਨਫੈਕਸ਼ਨ ਹੋਇਆ ਵੀ ਕੋਈ ਨਾ ਕੋਈ, ਉਹਦੇ ਬਾਰੇ ਪਤਾ ਹੀ ਹੋਊਗਾ। ਠੀਕ ਹੈ, ਵਾਇਰਸਿਸ ਨੂੰ ਕੋਈ ਵੀ ਪਲੇਸ ਕਲਾਸੀਫਿਕੇਸ਼ਨ ਦੇ ਵਿੱਚ ਕਿਉਂ ਨਹੀਂ ਮਿਲੀ, ਕਿਉਂਕਿ ਇਹ ਟਰੂਲੀ ਲਿਵਿੰਗ ਨਹੀਂ ਹੁੰਦੇ ਹੈਗੇ। ਠੀਕ ਹੈ, ਕਿਉਂਕਿ ਲਿਵਿੰਗ ਉਹ ਚੀਜ਼ ਹੁੰਦੀ ਜਿਹਦੇ ਕੋਲ ਸੈਲ ਸਟਰਕਚਰ ਹੁੰਦਾ, ਤਾਂ ਵਾਇਰਸਿਸ ਕੋਲ ਜਿਹੜਾ ਹੈ ਉਹ ਨੋਨ ਸੈਲੂਲਰ ਆਰਗੈਨਿਜ਼ਮ ਨੇ, ਇਹਨਾਂ ਕੋਲ ਕੋਈ ਵੀ ਸੈਲ ਸਟਰਕਚਰ ਨਹੀਂ ਹੁੰਦਾ ਹੈਗਾ। ਠੀਕ ਹੈ, ਇਹਨਾਂ ਦਾ ਹੋਸਟ ਦੇ ਲਿਵਿੰਗ ਸੈਲ ਦੇ ਬਾਹਰ ਕੀ ਹੈ, ਇੱਕ ਇਨਰਟ ਕ੍ਰਿਸਟਲਾਈਨ ਸਟਰਕਚਰ ਹੁੰਦਾ ਹੈ। ਠੀਕ ਹੈ, ਅਤੇ ਜਦੋਂ ਇਹ ਹੋਸਟ ਦੇ ਵਿੱਚ ਜਾਂਦੇ ਨੇ, ਅਤੇ ਉਹਦੇ ਸਾਰੇ ਸੈਲ ਦੀ ਮਸ਼ੀਨਰੀ ਨੂੰ ਟੇਕ ਓਵਰ ਕਰ ਲੈਂਦੇ ਨੇ, ਅਤੇ ਉਹਦੇ ਵਿੱਚ ਕੀ ਕਰਦੇ ਨੇ, ਰੈਪਲੀਕੇਟ ਕਰਦੇ ਨੇਗੇ, ਐਂਡ ਉਹ ਅਲਟੀਮੇਟਲੀ ਹੋਸਟ ਨੂੰ ਕਿਲ ਕਰ ਦਿੰਦੇ ਨੇਗੇ। ਹੁਣ ਤੁਸੀਂ ਦੱਸੋ, ਵਾਇਰਸ ਨੂੰ ਤੁਸੀਂ ਲਿਵਿੰਗ ਕਹੋਗੇ ਜਾਂ ਨੋਨ ਲਿਵਿੰਗ ਕਹੋਗੇ? ਵਾਇਰਸਿਸ ਆਰ ਨੀਦਰ ਲਿਵਿੰਗ ਨੋਰ ਨੋਨ ਲਿਵਿੰਗ। ਓਕੇ, ਅਤੇ ਵਾਇਰਸ ਦਾ ਮਤਲਬ ਕੀ ਹੈ, ਵਾਇਰਸ ਦਾ ਵਰਡ ਮੀਨਿੰਗ ਕੀ ਹੈ? ਵਾਰਮ ਜਾਂ ਫਿਰ ਪੋਇਜ਼ਨਸ ਫਲੂਇਡ, ਮਤਲਬ ਜ਼ਹਿਰ। ਓਕੇ, ਡਿਮਿਤਰੀ ਇਵਾਨੋਵਸਕੀ ਨੇ 1892 ਦੇ ਵਿੱਚ ਕੁਝ ਸਰਟਨ ਮਾਈਕਰੋਬਸ ਨੂੰ ਰੈਕਗਨਾਈਜ਼ ਕੀਤਾ ਸੀਗਾ। ਠੀਕ ਹੈ, ਜਿਹੜੇ ਕਿ ਮੋਜ਼ੈਕ ਡਿਸੀਜ਼ ਆਫ ਟੋਬੈਕੋ ਕੋਜ਼ ਕਰਦੇ ਸੀਗੇ। ਇਹਨਾਂ ਨੂੰ ਪਾਇਆ ਗਿਆ ਸੀ ਕਿ ਇਹ ਕੀ ਹੈ, ਬੈਕਟੀਰੀਆ ਤੋਂ ਛੋਟੇ ਹੁੰਦੇ ਨੇ ਸਾਈਜ਼ ਦੇ ਵਿੱਚ, ਕਿਉਂਕਿ ਇਹ ਬੈਕਟੀਰੀਆ ਪ੍ਰੂਫ ਫਿਲਟਰ ਤੋਂ ਵਿੱਚੋਂ ਪਾਸ ਕੀਤੇ ਗਏ ਸੀ। ਡਿਮਿਤਰੀ ਇਵਾਨੋਵਸਕੀ ਨੇ 1892 ਦੇ ਵਿੱਚ ਕੀ ਕੀਤਾ ਸੀ, ਕੁਝ ਸਰਟਨ ਮਾਈਕਰੋਬਸ ਨੂੰ ਐਜ਼ ਦ ਕੌਜ਼ਲ ਆਰਗੈਨਿਜ਼ਮਸ ਰੈਕਗਨਾਈਜ਼ ਕੀਤਾ ਸੀਗਾ ਆਫ ਦ ਮੋਜ਼ੈਕ ਡਿਸੀਜ਼ ਆਫ ਟੋਬੈਕੋ, ਐਂਡ ਇਹਨੇ ਕਿਹਾ ਸੀਗਾ ਕਿ ਇਹਨੇ ਪਤਾ ਕੀਤਾ ਸੀ ਕਿ ਇਹਦਾ ਸਾਈਜ਼ ਜਿਹੜਾ ਹੈਗਾ ਬੈਕਟੀਰੀਆ ਦੇ ਸਾਈਜ਼ ਤੋਂ ਛੋਟਾ ਹੈਗਾ, ਕਿਉਂਕਿ ਇਹ ਬੈਕਟੀਰੀਆ ਪ੍ਰੂਫ ਫਿਲਟਰਸ ਚੋਂ ਕੀ ਪਾਸ ਹੋ ਗਈ ਸੀਗੀ। ਉਹਦੇ ਬਾਅਦ ਐਮ ਡਬਲਿਊ ਬਜਰਨਿਕ ਨੇ 1898 ਦੇ ਵਿੱਚ ਡੈਮੋਨਸਟ੍ਰੇਟ ਕੀਤਾ
that the extract of the infected plant of tobacco could cause infection in healthy plants and named the new pathogen virus and called the fluid as contagium vivum fluidum infectious living fluid MW ਬੁਜਰਨਿਕ ਨੇ 1898 ਦੇ ਵਿੱਚ ਮੈਂਸ਼ਨ ਕੀਤਾ ਕਿ ਉਹਨੇ ਕੀ ਇੱਕ ਇਨਫੈਕਟਡ ਪਲਾਂਟ ਤੋਂ ਐਕਸਟ੍ਰੈਕਟ ਲਿਆ ਤੇ ਜੂਸ ਕੱਢਿਆ ਤੇ ਉਸ ਜੂਸ ਨੂੰ ਕੀ ਆ ਹੈਲਦੀ ਪਲਾਂਟ ਦੇ ਉੱਪਰ ਪਾਇਆ ਤੇ ਉਹਨੇ ਦੇਖਿਆ ਜਿਹੜਾ ਉਹ ਐਕਸਟ੍ਰੈਕਟ ਆ ਉਹ ਕੀ ਹੈਲਦੀ ਪਲਾਂਟ ਨੂੰ ਵੀ ਇਨਫੈਕਸ਼ਨ ਕਾਜ਼ ਕਰ ਰਿਹਾ ਸੀਗਾ ਤਾਂ ਕਰਕੇ ਫਿਰ ਉਹਨੇ ਉਸ ਫਲੂਇਡ ਨੂੰ ਕੀ ਕਿਹਾ ਕੰਟੈਜੀਅਮ ਵਾਈਵਮ ਫਲੂਇਡਮ ਦਾ ਨਾਮ ਦਿੱਤਾ ਮਤਲਬ ਇਨਫੈਕਸ਼ੀਅਸ ਲਿਵਿੰਗ ਫਲੂਇਡ ਦੂਜੇ ਨੂੰ ਇਨਫੈਕਸ਼ਨ ਕਾਜ਼ ਕਰਨ ਵਾਲਾ ਜਿਉਂਦਾ ਹੋਇਆ ਲਿਵਿੰਗ ਫਲੂਇਡ ਐਂਡ ਨਾਮ ਦਿੱਤਾ ਵਾਇਰਸ ਠੀਕ ਹੈ ਉਹ ਜਿਹੜੇ ਮਾਈਕਰੋਬਸ ਇਹ ਡਿਸੀਜ਼ ਕਾਜ਼ ਕਰ ਰਹੇ ਸੀ ਉਹਨਾਂ ਨੂੰ ਵਾਇਰਸ ਦਾ ਨਾਮ ਦਿੱਤਾ ਉਹਦੇ ਬਾਅਦ WM ਸਟਾਲਿਨ ਨੇ 1935 ਦੇ ਵਿੱਚ ਠੀਕ ਹੈ Dmitry Ivanovsky 1892 MW Bejernik 1898 ਠੀਕ ਹੈ and WM Stalin 1935 ਠੀਕ ਹੈ ਇਹਨੇ ਕੀਤਾ ਇਹਨੇ ਸ਼ੋਅ ਕੀਤਾ ਜਿਹੜੇ ਵਾਇਰਸ ਨੇ ਉਹਨਾਂ ਆਪਾਂ ਕ੍ਰਿਸਟਲਾਈਜ਼ ਕਰ ਸਕਦੇ ਹਾਂ ਅਤੇ ਕ੍ਰਿਸਟਲਸ ਜਿਹੜੇ ਆ ਉਹਨਾਂ ਦੇ ਕੋਲ ਲਾਰਜਲੀ ਪ੍ਰੋਟੀਨਸ ਹੁੰਦੇ ਨੇ ਇਹ ਇਨਰਟ ਹੁੰਦੇ ਨੇ ਆਊਟਸਾਈਡ ਦੇ ਸਪੈਸੀਫਿਕ ਹੋਸਟ ਸੈਲ ਵਾਇਰਸ ਕੀ ਨੇ ਓਬਲੀਗੇਟ ਪੈਰਾਸਾਈਟ ਕਿਉਂਕਿ ਇਹ ਹੋਸਟ ਸੈਲ ਤੋਂ ਬਾਹਰ ਜਿਉਂਦੇ ਰਹਿ ਹੀ ਨਹੀਂ ਸਕਦੇ ਹੁੰਦੇ ਹੀ ਇਨਰਟ ਨੇ ਰਾਈਟ ਤਾਂ ਕਰਕੇ ਕਿ ਓਬਲੀਗੇਟ ਪੈਰਾਸਾਈਟ ਨੇ ਇਹਨਾਂ ਨੂੰ ਹੋਸਟ ਸੈਲ ਦੀ ਜ਼ਰੂਰਤ ਹੁੰਦੀ ਹੀ ਹੁੰਦੀ ਹੈ ਠੀਕ ਹੈ ਤੇ ਇਫ ਸਮਨ ਆਸਕਸ ਕਿ ਵਾਇਰਸ ਦਾ ਹੈਬਿਟੇਟ ਕੀ ਹੈ ਦੈਨ ਦੇ ਆਰ ਓਬਲੀਗੇਟ ਪੈਰਾਸਾਈਟਸ WM ਸਟਾਲਿਨ ਨੇ ਕੀ ਕੀਤਾ WM ਸਟਾਲਿਨ ਨੇ ਇਹ ਸ਼ੋਅ ਕੀਤਾ ਕਿ ਇਹ ਵਾਇਰਸ ਨੂੰ ਆਪਾਂ ਕ੍ਰਿਸਟਲਾਈਜ਼ ਕਰ ਸਕਦੇ ਹਾਂ ਅਤੇ ਇਹਨਾਂ ਜਿਹੜੇ ਕ੍ਰਿਸਟਲ ਹੁੰਦੇ ਨੇ ਲਾਰਜਲੀ ਉਹ ਪ੍ਰੋਟੀਨਸ ਦੇ ਬਣੇ ਹੁੰਦੇ ਨੇ ਅਤੇ ਇਹ ਕੀ ਆ ਸਪੈਸੀਫਿਕ ਹੋਸਟ ਸੈਲ ਤੋਂ ਬਾਹਰ ਕੀ ਹੁੰਦੇ ਨੇ ਇਨਰਟ ਹੁੰਦੇ ਨੇ ਓਕੇ ਐਂਡ ਹੇਅਰ ਵੀ ਹੈਵ ਦ ਫੋਟੋਜ਼ ਆਫ ਦ ਸਮ ਵਾਇਰਸਿਸ sorry this is the tobacco mosaic virus and this is a bacteriophage tobacco mosaic virus ਕੀ ਕਾਜ਼ ਕਰਦੀ ਆ ਮੋਜ਼ੈਕ ਡਿਸੀਜ਼ ਆਫ ਟੋਬੈਕੋ ਕੀ ਆ ਟੋਬੈਕੋ ਮੋਜ਼ੈਕ ਵਾਇਰਸ ਦੇ ਦੁਆਰਾ ਕਿਓਸ ਕੀਤਾ ਜਾਂਦਾ ਆ ਕੀ ਆ ਉਹਦਾ ਜੈਨੇਟਿਕ ਮਟੀਰੀਅਲ ਆ ਦਿਸ ਇਜ਼ ਇਟਸ ਜੈਨੇਟਿਕ ਮਟੀਰੀਅਲ ਜਿਸ ਵਨ RNA ਹੁੰਦਾ ਇਹਦੇ ਕੋਲ ਸਿੰਗਲ ਸਟ੍ਰੈਂਡਡ RNA ਐਂਡ ਆਹ ਛੋਟੇ ਛੋਟੇ ਯੂਨਿਟਸ ਕੀ ਨੇ ਠੀਕ ਹੈ ਇਹ ਇੱਕ ਯੂਨਿਟ ਨੂੰ ਕਿਹਾ ਜਾਂਦਾ ਕੈਪਸੋਮੀਅਰ ਇਹ ਆਪਾਂ ਅੱਗੇ ਪੜਾਂਗੇ ਆਹ ਜਿਹੜੀ ਇੱਕ ਯੂਨਿਟ ਹੁੰਦੀ ਆ ਇਹਨੂੰ ਕੈਪਸੋਮੀਅਰ ਕਿਹਾ ਜਾਂਦਾ ਹੈਗਾ ਐਂਡ ਆਹ ਪੂਰਾ ਜਿਹੜਾ ਬਾਹਰਲਾ ਸਟਰਕਚਰ ਆ ਉਹਨੂੰ ਕੈਪਸਿਡ ਕਿਹਾ ਜਾਂਦਾ ਮਤਲਬ ਇੱਕ ਠੀਕ ਹੈ ਕਾਫੀ ਸਾਰੇ ਕੈਪਸੋਮੀਅਰ ਮਿਲ ਕੇ ਕੈਪਸਿਡ ਬਣਾਉਂਦੇ ਨੇ ਆਹ ਬੈਕਟੀਰੀਓਫੇਜ ਹੈ ਬੈਕਟੀਰੀਓਫੇਜ ਮਤਲਬ ਬੈਕਟੀਰੀਆ ਦੇ ਇਨਫੈਕਸ਼ਨ ਕਾਜ਼ ਕਰਨ ਵਾਲਾ virus the head ठीक है the collar sheath हैगी and these are the tail fibers of the bacteriophage now moving further ਜਿਹੜੇ ਵਾਇਰਸਿਸ ਹੁੰਦੇ ਨੇ ਉਹਨਾਂ ਦੇ ਕੋਲ ਕੀ ਆ ਪ੍ਰੋਟੀਨ ਹੁੰਦਾ ਅਤੇ ਪ੍ਰੋਟੀਨ ਦੇ ਨਾਲ ਜੈਨੇਟਿਕ ਮਟੀਰੀਅਲ ਵੀ ਹੁੰਦਾ ਗਾ ਅਤੇ ਜਿਹੜਾ ਜੈਨੇਟਿਕ ਮਟੀਰੀਅਲ ਆ ਇਹ ਇਹਨਾਂ ਦਾ RNA ਵੀ ਹੋ ਸਕਦਾ DNA ਵੀ ਹੋ ਸਕਦਾ ਅਤੇ ਕਿਸੇ ਵਾਇਰਸ ਕੋਲ ਦੋਨੇ RNA ਅਤੇ DNA ਨਹੀਂ ਹੁੰਦੀ ਹੈਗੀ ਜਿਹੜਾ ਵਾਇਰਸ ਆ ਉਹ ਨਿਊਕਲੀਅਰ ਪ੍ਰੋਟੀਨ ਹੁੰਦਾ ਮਤਲਬ ਨਿਊਕਲਿਕ ਐਸਿਡ ਪਲੱਸ ਪ੍ਰੋਟੀਨ ਹੁੰਦਾ ਹੈਗਾ ਅਤੇ ਜਿਹੜਾ ਜੈਨੇਟਿਕ ਮਟੀਰੀਅਲ ਆ ਇਹਨਾਂ ਦਾ ਇਨਫੈਕਸ਼ੀਅਸ ਹੁੰਦਾ ਕਿ ਇਹਨਾਂ ਦਾ ਪ੍ਰੋਟੀਨ ਇਨਫੈਕਸ਼ੀਅਸ ਹੁੰਦਾ ਨੋ ਦ ਜੈਨੇਟਿਕ ਮਟੀਰੀਅਲ ਇਜ਼ ਇਨਫੈਕਸ਼ੀਅਸ ਵਾਇਰਸਿਸ ਜਿਹੜੇ ਪਲਾਂਟਸ ਨੂੰ ਇਨਫੈਕਟ ਕਰਦੇ ਨੇ ਉਹ ਸਿੰਗਲ ਸਟ੍ਰੈਂਡਡ RNA ਵਾਇਰਸਿਸ ਹੁੰਦੇ ਨੇ ਜਿੱਦਾਂ ਕਿ ਆਪਾਂ ਟੋਬੈਕੋ ਮੋਜ਼ੈਕ ਵਾਇਰਸ ਦੇਖ ਹੀ ਲਿਆ ਅਤੇ ਵਾਇਰਸਿਸ ਜਿਹੜੇ ਐਨੀਮਲਸ ਨੂੰ ਇਨਫੈਕਟ ਕਰਦੇ ਨੇ ਉਹ ਕੀ ਆ ਸਿੰਗਲ ਸਟ੍ਰੈਂਡਡ ਜਾਂ ਡਬਲ ਸਟ੍ਰੈਂਡਡ RNA ਵਾਇਰਸਿਸ ਜਾਂ ਫਿਰ ਡਬਲ ਸਟ੍ਰੈਂਡਡ DNA ਵਾਇਰਸਿਸ ਹੋ ਸਕਦੇ ਨੇ ਮਤਲਬ ਉਹ ਕੋਈ ਵੀ ਵਾਇਰਸ ਹੋ ਸਕਦਾ ਸਿੰਗਲ ਸਟ੍ਰੈਂਡਡ RNA ਵੀ ਹੋ ਸਕਦਾ ਡਬਲ ਸਟ੍ਰੈਂਡਡ RNA ਵੀ ਹੋ ਸਕਦਾ ਐਂਡ ਡਬਲ ਸਟ੍ਰੈਂਡਡ DNA ਵੀ ਹੋ ਸਕਦਾ ਹੈਗਾ now give me some examples of single stranded RNA viruses so the most staggering effect ठीक है जिसके जिन्हें 2 साल ਘਰਾਂ ਦੇ ਵਿੱਚ ਸਾਰਿਆਂ ਨੇ ਬਾੜੇ ਰੱਖਿਆ ਕੋਰੋਨਾ ਵਾਇਰਸ ਇਜ਼ ਅ ਸਿੰਗਲ ਸਟ੍ਰੈਂਡਡ RNA ਵਾਇਰਸ ਐਂਡ पोलियो वायरस इज ऑल्सो जिसकी वैक्सीन लगती है ना पोलियो वायरस इज ऑल्सो अ सिंगल स्ट्रैंडड RNA वायरस HIV ਵਾਇਰਸ ਜਿਹੜਾ ਕਿ ਏਡਸ ਕਾਜ਼ ਕਰਦਾ ਉਹ ਵੀ ਸਿੰਗਲ ਸਟ੍ਰੈਂਡਡ RNA ਵਾਇਰਸ ਹੀ ਹੁੰਦਾ ਹੈਗਾ ਅਤੇ ਡਬਲ ਸਟ੍ਰੈਂਡਡ RNA ਵਾਇਰਸਿਸ ਜਿਹਦੇ ਵਿੱਚ ਕਾਜ਼ ਇਨਫੈਕਸ਼ਨਸ ਇਨ ਐਨੀਮਲਸ ਇਹਦੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ ਰੀਓ ਵਾਇਰਸਿਸ ਠੀਕ ਹੈ ਰੀਓ ਵਾਇਰਸਿਸ ਕਿਹਾ ਜਾਂਦਾ ਹੈਗਾ ਅਤੇ ਐਗਜ਼ਾਮਪਲ ਕੀ ਇਹਦਾ ਰੋਟਾ ਵਾਇਰਸ ਅਤੇ ਡਬਲ ਸਟ੍ਰੈਂਡਡ DNA ਵਾਇਰਸਿਸ ਕਿਹੜੇ ਹੋ ਸਕਦੇ ਆ ਉਹ ਕੀ ਹੈ ਪੌਕਸ ਵਾਇਰਸ ਹੋ ਸਕਦਾ ਜਿਹੜਾ ਕਿ ਸਮਾਲ ਪੌਕਸ ਕਾਜ਼ ਕਰਦਾ ਹੈਗਾ ਹਰਪਸ ਵਾਇਰਸ ਹੋ ਸਕਦਾ ਜਿਹੜਾ ਕਿ ਚਿਕਨ ਪੌਕਸ ਕਾਜ਼ ਕਰਦਾ ਹੈ ਹੋਰ ਐਡੀਨੋ ਵਾਇਰਸਿਸ ਜਿਹੜੇ ਕਿ ਕਾਮਨ ਕੋਲਡ ਕਾਜ਼ ਕਰਦੇ ਨੇ ਹੈ ਨਾ ਕੰਜਕਟਿਵਿਟੀਜ਼ ਜੋ ਵਾਇਰਸ ਕਾਜ਼ ਕਰਦੇ ਮੀਨਸ ਅੱਖਾਂ ਦਾ ਇਨਫੈਕਸ਼ਨ ਹੋ ਜਾਂਦਾ ਹੈ ਨਾ ਐਂਡ ਪੈਪੀਲੋਮਾ ਵਾਇਰਸ ਜਿਹੜਾ ਕਿ ਵਾਟਸ ਕਾਜ਼ ਕਰਦਾ ਐਂਡ ਪੋਲੀਓਮਾ ਵਾਇਰਸ ਮਤਲਬ ਬਹੁਤ ਸਾਰੇ ਨੇ ਠੀਕ ਹੈ ਸਾਰਿਆਂ ਦੇ ਐਗਜ਼ਾਮਪਲ ਇਹ ਕੁਝ ਕਾਮਨ ਐਗਜ਼ਾਮਪਲਸ ਸੀ
ਬੈਕਟੀਰੀਅਲ ਵਾਇਰਸਿਸ ਮਤਲਬ ਜਿਹੜੇ ਬੈਕਟੀਰੀਓਫੇਜਿਸ, ਜਿਹੜੇ ਵਾਇਰਸਿਸ ਬੈਕਟੀਰੀਆ ਨੂੰ ਇਨਫੈਕਟ ਕਰਦੇ ਨੇ ਉਹ ਕੀ ਹੁੰਦੇ ਨੇ, ਡਬਲ ਸਟੈਂਡਰਡ ਡੀਐਨਏ ਵਾਇਰਸਿਸ ਹੁੰਦੇ ਨੇ। ਤੇ ਪ੍ਰੋਟੀਨ ਕੋਡ ਨੂੰ ਕੀ ਕਹਿੰਦੇ ਨੇ, ਤੇ ਪ੍ਰੋਟੀਨ ਕੋਡ ਨੂੰ ਕੈਪਸਿਡ ਕਹਿੰਦਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ, ਤੇ ਉਹ ਸਮੋਲ ਸਬ ਯੂਨਿਟਸ ਦਾ ਬਣਿਆ ਜਿਹਨਾਂ ਨੂੰ ਕੈਪਸੂਮੀਅਰਸ ਕਹਿੰਦਾ, ਉਹ ਵੀ ਮੈਂ ਤੁਹਾਨੂੰ ਦੱਸਦਾ। ਤੇ ਇਹ ਕੀ ਹੈ, ਨਿਊਕਲਿਕ ਐਸਿਡ ਨੂੰ ਪ੍ਰੋਟੈਕਟ ਕਰਨ ਦਾ। ਪ੍ਰੋਟੀਨ ਕੋਡ ਦਾ ਕੰਮ ਕਹਿੰਦਾ ਨਿਊਕਲਿਕ ਐਸਿਡ ਨੂੰ ਪ੍ਰੋਟੈਕਟ ਕਰਨ ਦਾ। ਤੇ ਇਨਫੈਕਸ਼ੀਅਸ ਕਿਹੜੀ ਚੀਜ਼ ਹੁੰਦੀ ਹੈ, ਨਿਊਕਲਿਕ ਐਸਿਡ ਇਨਫੈਕਸ਼ਨ ਹੁੰਦਾ ਕੰਮ। ਜਿਹੜੇ ਕੈਪਸੂਮੀਅਰਸ ਹੁੰਦੇ ਨੇ ਉਹ ਹੈਲੀਕਲ ਜਾਂ ਫਿਰ ਪੋਲੀਹਾਈਡਰਲ ਫਾਰਮ ਦੇ ਵਿੱਚ ਅਰੇਂਜ ਹੁੰਦੇ ਨੇ। ਲਾਈਕ ਆਟੋਬੈਕੋਮੋਜ਼ੈਕ ਵਾਇਰਸ ਦੇ ਵਿੱਚ ਜਿਹੜੇ ਕੈਪਸੂਮੀਅਰਸ ਨੇ ਉਹ ਹੈਲੀਕਲ ਫਾਰਮ ਦੇ ਵਿੱਚ ਅਰੇਂਜ ਨੇ, ਵੈਰਸ ਇਹਦੇ ਵਿੱਚ ਕੀ ਆ, ਪੋਲੀਹਾਈਡਰਲ ਫਾਰਮ ਦੇ ਵਿੱਚ ਅਰੇਂਜ ਨੇ। ਠੀਕ ਹੈ। ਐਂਡ ਵਾਇਰਸਿਸ ਜਿਹੜੇ ਆ ਡਿਸੀਜ਼ਸ ਕਾਜ਼ ਕਰਦੇ ਨੇ, ਜਿੱਦਾਂ ਕਿ ਮੰਪਸ ਹੋ ਗਿਆ, ਸਮਾਲ ਪੌਕਸ ਹੋ ਗਿਆ, ਹਰਪਸ ਹੋ ਗਿਆ, ਇਨਫਲੂਐਂਜ਼ਾ ਹੋ ਗਿਆ, ਏਡਸ ਵੀ ਜਿਹੜਾ ਹਿਊਮਨਸ ਦੇ ਵਿੱਚ ਵਾਇਰਸ ਦੇ ਦੁਆਰਾ ਹੀ ਕਾਜ਼ ਕੀਤਾ ਜਾਂਦਾ ਹੈਗਾ। ਕਿਹੜਾ ਵਾਇਰਸ, HIV ਵਾਇਰਸ। ਤੇ ਉਹ ਕੀ ਹੁੰਦਾ ਹੈਗਾ, ਇਟ ਇਜ਼ ਸਿੰਗਲ ਸਟੈਂਡਰਡ ਆਰਐਨਏ ਵਾਇਰਸ। ਸਮਾਲ ਪੌਕਸ ਕੌਣ ਕਾਜ਼ ਕਰਦਾ, ਹਰਪਸ ਕੌਣ ਕਾਜ਼ ਕਰਦਾ, ਇਹ ਕਾਜ਼ ਕਰੀ ਜਾਂਦੇ ਨੇ ਡਬਲ ਸਟੈਂਡਰਡ ਡੀਐਨਏ ਵਾਇਰਸਿਸ ਦੇ ਦੁਆਰਾ। ਇਨਫਲੂਐਂਜ਼ਾ ਵੀ ਕਿਹਦੇ ਦੁਆਰਾ, ਡਬਲ ਸਟੈਂਡਰਡ ਡੀਐਨਏ ਵਾਇਰਸ ਦੇ ਦੁਆਰਾ। ਪਲਾਂਟਸ ਦੇ ਵਿੱਚ ਵਾਇਰਸ ਦੇ ਸਿੰਪਟਮਸ ਕੀ ਹੁੰਦੇ ਨੇ, ਮੋਜ਼ੈਕ ਫਾਰਮੇਸ਼ਨ, ਲੀਫ ਰੋਲਿੰਗ, ਕਰਲਿੰਗ, ਯੈਲੋਇੰਗ, ਵਿੰਗ ਕਲੀਅਰਿੰਗ, ਡਵਾਰਫਿੰਗ, ਸਟੈਂਡਰਡ ਗਰੋਥ। ਹੁਣ ਆਪਾਂ ਵਿਰੀਓਡਸ ਦੀ ਗੱਲ ਕਰਦੇ ਹਾਂ। 1971 ਦੇ ਵਿੱਚ ਟਿਓਡਾਈਨਰ ਨੇ ਇੱਕ ਨਵਾਂ ਇਨਫੈਕਸ਼ੀਅਸ ਏਜੰਟ ਦੇਖਿਆ ਸੀਗਾ, ਡਿਸਕਵਰ ਕੀਤਾ ਸੀ, ਜਿਹੜਾ ਕਿ ਵਾਇਰਸ ਤੋਂ ਛੋਟਾ ਸੀਗਾ। ਤੇ ਉਹ ਕੀ ਕਾਜ਼ ਕਰਦਾ ਸੀ, ਪੋਟੈਟੋ ਸਪਿੰਡਲ ਟਿਊਬਰ ਡਿਸੀਜ਼ ਕਾਜ਼ ਕਰਦਾ ਸੀਗਾ। ਐਂਡ ਇਹ ਦੇਖਿਆ ਗਿਆ ਸੀ ਕਿ ਉਹ ਫ੍ਰੀ ਆਰਐਨਏ ਹੁੰਦਾ, ਮਤਲਬ ਉਹਦੇ ਕੋਲ ਕੋਈ ਵੀ ਪ੍ਰੋਟੀਨ ਕੋਡ ਨਹੀਂ ਹੁੰਦਾ। ਇਸੇ ਕਰਕੇ ਉਹਦਾ ਨਾਮ ਵਿਰੀਓਡ ਪਿਆ, ਕਿਉਂਕਿ ਉਹਦੇ ਕੋਲ ਉਹ ਇੱਕ ਚੀਜ਼ ਨਹੀਂ ਹੈ ਜਿਹੜੀ ਵਾਇਰਸ ਕੋਲ ਖਾਏਗੀ ਆ। ਠੀਕ ਹੈ। ਤੇ ਵਿਰੀਓਡ ਦਾ ਆਰਐਨਏ ਲੋ ਮੋਲੀਕੂਲਰ ਵੇਟ ਦਾ ਹੁੰਦਾ ਹੈਗਾ। 1971 ਦੇ ਵਿੱਚ ਟਿਓਡਾਈਨਰ ਨੇ ਕਿਹਨੂੰ ਡਿਸਕਵਰ ਕੀਤਾ ਸੀ, ਸਰਟਨ ਮਾਈਕਰੋਬਸ ਨੂੰ ਡਿਸਕਵਰ ਕੀਤਾ, ਜਿਹੜੇ ਕਿ ਪੋਟੈਟੋ ਸਪਿੰਡਲ ਟਿਊਬਰ ਡਿਸੀਜ਼ ਕਾਜ਼ ਕਰਦੇ ਸੀ। ਇਹਨਾਂ ਨਾਮ ਵਿਰੀਓਡ ਕਿਉਂ ਰੱਖਿਆ ਗਿਆ, ਕਿਉਂਕਿ ਇਹਨਾਂ ਕੋਲ ਪ੍ਰੋਟੀਨ ਕੋਡ ਨਹੀਂ ਹੁੰਦਾ। ਇਹਨਾਂ ਦਾ ਜਿਹੜਾ ਆਰਐਨਏ ਹੁੰਦਾ ਉਹ ਲੋ ਮੋਲੀਕੂਲਰ ਵੇਟ ਦਾ ਹੁੰਦਾ ਹੈਗਾ। ਪ੍ਰਾਇਨਸ ਦੀ ਗੱਲ ਕਰਦੇ ਹਾਂ, ਤੇ ਸਿਰਫ ਇਹਨਾਂ ਦੇ ਕੋਲ ਆਰਐਨਏ ਹੁੰਦਾ, ਡੀਐਨਏ ਨਹੀਂ ਹੁੰਦਾ। ਓਕੇ। ਐਂਡ ਪ੍ਰਾਇਨਸ ਦੀ ਗੱਲ ਕਰਦੇ ਹਾਂ, ਮਾਡਰਨ ਮੈਡੀਸਿਨ ਦੇ ਵਿੱਚ ਸਰਟਨ ਇਨਫੈਕਸ਼ੀਅਸ ਨਿਊਰੋਲੋਜੀਕਲ ਡਿਸੀਜ਼ਸ ਕੀ ਹੈ, ਸਰਟਨ ਮਾਈਕਰੋਬਸ ਦੇ ਦੁਆਰਾ ਏਜੰਟਸ ਦੇ ਦੁਆਰਾ ਟ੍ਰਾਂਸਮਿਟ ਕੀਤੇ ਜਾਂਦੇ ਨੇ। ਤੇ ਇਹ ਏਜੰਟਸ ਕਾਹਦੇ ਬਣੇ ਹੁੰਦੇ ਨੇ, ਐਬਨੋਰਮਲੀ ਫੋਲਡਡ ਪ੍ਰੋਟੀਨਸ ਦੇ ਬਣੇ ਹੁੰਦੇ ਨੇ। ਠੀਕ ਹੈ। ਐਬਨੋਰਮਲੀ ਫੋਲਡਡ ਪ੍ਰੋਟੀਨਸ ਦੇ ਬਣੇ ਹੁੰਦੇ ਨੇ ਪ੍ਰਾਇਨਸ। ਤੇ ਏਜੰਟ ਦਾ ਸਾਈਜ਼ ਜਿਹੜਾ ਹੁੰਦਾ ਹੈ, ਇਸ ਏਜੰਟ ਦਾ ਮਤਲਬ ਪ੍ਰਾਇਨਸ ਦਾ ਸਾਈਜ਼ ਜਿਹੜਾ ਹੁੰਦਾ ਹੈਗਾ ਉਹ ਕੀ ਸਿਮਿਲਰ ਹੁੰਦਾ ਹੈਗਾ ਵਾਇਰਸ ਦੇ। ਵਿਰੀਓਡ ਦਾ ਛੋਟਾ ਹੁੰਦਾ ਹੈ, ਵਾਇਰਸ ਤੇ ਪ੍ਰਾਇਨ ਦਾ ਸੇਮ ਸਾਈਜ਼ ਹੁੰਦਾ ਹੈਗਾ, ਤੇ ਦੋਨਾਂ ਦਾ ਸਾਈਜ਼ ਬੈਕਟੀਰੀਆ ਤੋਂ ਛੋਟਾ ਹੁੰਦਾ ਹੈਗਾ। ਤੇ ਇਹਨਾਂ ਏਜੰਟ ਨੂੰ ਪ੍ਰਾਇਨਸ ਕਿਹਾ ਗਿਆ, ਤਾਂ ਆਪਾਂ ਦੇਖੀਏ। ਤੇ ਮੋਸਟ ਨੋਟੇਬਲ ਡਿਸੀਜ਼ ਜਿਹੜੇ ਇਹ ਕਾਜ਼ ਕਰਦੇ ਨੇ ਉਹ ਹੈਗਾ ਬੋਵਾਈਨ ਸਪੌਂਜੀਫਾਰਮ ਐਨਸੈਫੈਲੋਪੈਥੀ, ਜਿਹਨੂੰ ਕਿ ਮੈਡ ਕਾਊ ਡਿਸੀਜ਼ ਕਹਿੰਦਾ। ਤੇ ਇਹ ਕੀ ਹੈ, ਡੰਗਰਾਂ ਦੇ ਵਿੱਚ ਕਾਜ਼ ਕਰਿਆ ਜਾਂਦਾ ਹੈਗਾ। ਤੇ ਇਹਦਾ ਸੇਮ ਐਨਾਲੋਗਸ ਵੇਰੀਐਂਟ ਕੀ ਆ, ਹਿਊਮਨ ਦੇ ਵਿੱਚ ਵੀ ਦੇਖਿਆ ਜਾਂਦਾ, ਕਰੂਜ਼ਫੈਲਟ ਜੈਕੋਬ ਡਿਸੀਜ਼। ਪਹਿਲਾਂ ਇਹਨੂੰ ਸੀਆਰ ਜੈਕੋਬ ਡਿਸੀਜ਼ ਕਿਹਾ ਜਾਂਦਾ ਸੀਗਾ, ਹੁਣ ਇਹਦਾ ਨਾਮ ਕਰੂਜ਼ਫੈਲਟ ਜੈਕੋਬ ਡਿਸੀਜ਼ ਰੱਖਿਆ ਗਿਆ। ਲਾਈਕਨਸ ਜਿਹੜੇ ਆ ਸਿੰਬਾਇਟਿਕ ਐਸੋਸੀਏਸ਼ਨ ਬਣਾਉਂਦੇ ਨੇ, ਜਿਹੜੇ ਕਿ ਮਿਊਚੁਅਲੀ ਯੂਜ਼ਫੁਲ, ਮਤਲਬ ਇਹਦੇ ਵਿੱਚ ਫੰਜਾਈ ਤੇ ਐਲਗੇ ਜਿਹੜੇ ਦੋ ਇਹਦੇ ਮੇਨ ਕੰਪੋਨੈਂਟਸ ਨੇ ਨਾ, ਦੋਨਾਂ ਦਾ ਹੀ ਫਾਇਦਾ ਹੁੰਦਾ ਹੈਗਾ। ਠੀਕ ਹੈ। ਐਲਗਲ ਕੰਪੋਨੈਂਟ ਨੂੰ ਫਾਈਕੋਬਾਇੰਟ ਕਿਹਾ ਜਾਂਦਾ, ਫੰਗਲ ਕੰਪੋਨੈਂਟ ਨੂੰ ਮਾਈਕੋਬਾਇੰਟ ਕਿਹਾ ਜਾਂਦਾ ਹੈਗਾ। ਤੇ ਇਹ ਜਿਹੜਾ ਇਹਦੇ ਵਿੱਚ ਐਲਗਲ ਕੰਪੋਨੈਂਟ ਹੈ ਉਹ ਆਟੋਟ੍ਰੋਫਿਕ ਹੁੰਦਾ ਹੈ, ਜਿਹੜਾ ਫੰਗਲ ਕੰਪੋਨੈਂਟ ਹੈ ਉਹ ਹੈਟਰੋਟ੍ਰੋਫਿਕ ਹੁੰਦਾ ਹੈਗਾ। ਤੇ ਐਲਗੇ ਜਿਹੜਾ ਹੈ ਫੰਜਾਈ ਦੇ ਲਈ ਫੂਡ ਪ੍ਰਿਪੇਅਰ ਕਰਦੇ ਨੇ, ਤੇ ਫੰਜਾਈ ਜਿਹੜੇ ਐਲਗੇ ਨੂੰ ਸ਼ੈਲਟਰ ਪ੍ਰੋਵਾਈਡ ਕਰਦੇ ਨੇ, ਤੇ ਮਿਨਰਲ ਨਿਊਟਰੀਐਂਟਸ ਨੂੰ ਕੀ ਕਰਦੇ ਨੇ, ਐਬਜ਼ੌਰਬ ਕਰਦੇ ਨੇ ਆਪਦੇ। ਐਲਗੇ ਫੂਡ ਪ੍ਰਿਪੇਅਰ ਕਰਨਗੇ, ਫੰਜਾਈ ਉਹਨੂੰ ਸ਼ੈਲਟਰ ਪ੍ਰੋਵਾਈਡ ਕਰਨਗੇ, ਤੇ ਵਾਟਰ ਤੇ ਨਿਊਟਰੀਐਂਟਸ ਨੂੰ ਐਬਜ਼ੌਰਬ ਕਰਨਗੇ ਐਲਗੇ ਦੇ ਲਈ। ਠੀਕ ਹੈ। ਇਹਨਾਂ ਦੀ ਐਸੋਸੀਏਸ਼ਨ ਇੰਨੀ ਕਲੋਜ਼ ਹੁੰਦੀ ਕਿ ਇਹਨਾਂ ਨੂੰ ਦੇਖ ਕੇ ਇੱਦਾਂ ਨਹੀਂ ਲੱਗਦਾ ਕਿ ਇਹਦੇ ਵਿੱਚ ਦੋ ਅਲੱਗ-ਅਲੱਗ ਆਰਗੈਨਿਜ਼ਮਸ ਨੇ, ਇੱਦਾਂ ਲੱਗਦਾ ਕਿ ਇੱਕੋ ਹੀ ਆਰਗੈਨਿਜ਼ਮ ਆ। ਤੇ ਕੀ ਗੁੱਡ ਪੋਲਿਊਸ਼ਨ ਇੰਡੀਕੇਟਰਸ ਨੇ, ਕਿਉਂਕਿ ਇਹ ਕੀ ਪੋਲਿਊਟਡ ਏਰੀਆਜ਼ ਦੇ ਵਿੱਚ ਗਰੋ ਨਹੀਂ ਕਰਦੇ। ਬਾਇਓਲੋਜੀਕਲ ਕਲਾਸੀਫਿਕੇਸ਼ਨ ਸਭ ਤੋਂ ਪਹਿਲਾਂ ਅਰਿਸਟੋਟਲ ਨੇ ਉਹ ਕੀਤੀ ਸੀ, ਟਾਇਰਕਿਨ ਫਾਦਰ ਆਫ ਬਾਇਓਲੋਜੀ, ਜ਼ੂਲੋਜੀ ਤੇ ਐਂਬਰੋਲੋਜੀ ਵੀ ਕਿਹਾ ਜਾਂਦਾ ਹੈਗਾ। ਦੇ ਸਿੰਪਲ ਮੋਰਫੋਲੋਜੀਕਲ ਕੈਰੈਕਟਰਸ ਦੇ ਉੱਪਰ ਬੇਸਡ ਸੀਗੀ। ਲਿਨੀਅਸ ਨੇ ਉਹਦੇ ਬਾਅਦ ਸਾਰੇ ਆਰਗੈਨਿਜ਼ਮਸ ਨੂੰ 2 ਕਿੰਗਡਮਸ ਦੇ ਵਿੱਚ ਕਲਾਸੀਫਾਈ ਕਰਤਾ ਸੀਗਾ, ਪਲਾਂਟੀ ਤੇ ਐਨੀਮੀਲੀਆ। ਵਿਟੇਕਰ ਨੇ ਕੀ ਹੈ, ਇੱਕ ਐਲਾਬੋਰੇਟ 5 ਕਿੰਗਡਮ ਕਲਾਸੀਫਿਕੇਸ਼ਨ ਕੀਤੀ ਸੀ, ਮੋਨੇਰਾ, ਪ੍ਰੋਟਿਸਟਾ, ਫੰਜਾਈ, ਪਲਾਂਟੀ ਤੇ ਐਨੀਮੀਲੀਆ। ਤੇ ਮੇਨ ਕ੍ਰਾਈਟੇਰੀਆ 5 ਕਿੰਗਡਮ ਕਲਾਸੀਫਿਕੇਸ਼ਨ ਦਾ ਸੀਗਾ ਸੈਲ ਸਟਰਕਚਰ, ਬੋਡੀ ਆਰਗੇਨਾਈਜੇਸ਼ਨ, ਮੋਡ ਆਫ ਨਿਊਟ੍ਰੀਸ਼ਨ, ਰਿਪਰੋਡਕਸ਼ਨ ਤੇ ਫਾਈਲੋਜੈਨੇਟਿਕ ਰਿਲੇਸ਼ਨਸ਼ਿਪ। 5 ਕਿੰਗਡਮ ਕਲਾਸੀਫਿਕੇਸ਼ਨ ਦੇ ਵਿੱਚ ਬੈਕਟੀਰੀਆ ਨੂੰ ਕੀ ਕਿੰਗਡਮ ਮੋਨੇਰਾ ਦੇ ਵਿੱਚ ਰੱਖਿਆ ਗਿਆ ਸੀਗਾ, ਤੇ ਬੈਕਟੀਰੀਆ ਕਹਿੰਦੇ ਨੇ ਕਾਸਮੋਪੋਲੀਟਨ ਹੁੰਦੇ ਨੇ। ਇਹ ਕੀ ਹੈ, ਮੋਸਟ ਐਕਸਟੈਂਸਿਵ ਮੈਟਾਬੋਲਿਕ ਡਾਇਵਰਸਿਟੀ ਸ਼ੋ ਕਰਦੇ ਨੇ, ਤੇ ਇਹ ਆਟੋਟ੍ਰੋਫਿਕ ਵੀ ਹੋ ਸਕਦੇ ਨੇ, ਹੈਟਰੋਟ੍ਰੋਫਿਕ ਵੀ ਹੋ ਸਕਦੇ ਨੇ। ਤੇ ਪ੍ਰੋਟਿਸਟਾ ਨੂੰ ਕੀ ਹੈ, ਪ੍ਰੋਟਿਸਟਾ ਦੇ ਵਿੱਚ ਸਾਰੇ ਸਿੰਗਲ ਸੈਲ ਯੂਕੈਰੀਓਟਸ ਰੱਖੇ ਗਏ ਸੀਗੇ, ਜਿਵੇਂ ਕਿ ਕ੍ਰਾਈਜ਼ੋਫਾਈਟਸ, ਡਾਇਨੋਫਲਾਜੇਲਸ, ਟਿਊਲਿਨਰ, ਸਲਾਈਮ ਮੋਲਡ ਤੇ ਪ੍ਰੋਟੋਜ਼ੋਆਂਸ ਹੋ ਗਏ। ਪ੍ਰੋਟਿਸਟਾ ਕੋਲ ਡਿਫਾਈਨਡ ਨਿਊਕਲੀਅਸ ਹੁੰਦਾ, ਕਿਉਂਕਿ ਇਹ ਕੀ ਹੈ ਯੂਕੈਰੀਓਟਿਕ ਨੇ, ਤੇ ਹੋਰ ਵੀ ਮੈਮਰੀ ਬੌਂਡ ਆਰਗੇਨੇਲਿਸ ਹੁੰਦੀਆਂ ਨੇ। ਇਹ ਕੀ ਹੈ, ਸੈਕਸ਼ੁਅਲੀ ਦੋਨੋਂ ਮੀਨਸ ਆਫ ਰਿਪਰੋਡਕਸ਼ਨ ਨਾਲ ਰਿਪਰੋਡਿਊਸ ਕਰਦੇ ਨੇ। ਤੇ ਕਿੰਗਡਮ ਫੰਜਾਈ ਦੇ ਵਿੱਚ ਬਹੁਤ ਜ਼ਿਆਦਾ ਡਾਇਵਰਸਿਟੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ, ਉਹਨਾਂ ਦੇ ਸਟਰਕਚਰ ਤੇ ਹੈਬਿਟੈਟ ਦੇ ਵਿੱਚ। ਕਾਹਦੇ ਵਿੱਚ ਡਾਇਵਰਸਿਟੀ ਦੇਖਣ ਨੂੰ ਮਿਲਦੀ ਹੈ ਆਪਾਂ ਨੂੰ, ਸਟਰਕਚਰ ਤੇ ਹੈਬਿਟੈਟ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਜ਼ਿਆਦਾਤਰ ਫੰਜਾਈ ਜਿਹੜੇ ਹੁੰਦੇ ਸੈਪਰੋਫਾਈਟਿਕ ਹੁੰਦੇ ਆ, ਤੇ ਇਹ ਏਸੈਕਸ਼ੁਅਲ ਤੇ ਸੈਕਸ਼ੁਅਲ ਰਿਪਰੋਡਕਸ਼ਨ ਸ਼ੋ ਕਰਦੇ ਨੇ। ਫਾਈਕੋਮਾਈਸਿਟਸ, ਐਸਕੋਮਾਈਸਿਟਸ, ਬੈਸੀਡੀਓਮਾਈਸਿਟਸ ਤੇ ਡਿਟੋਰਾਮਾਈਸਿਟਸ, ਇਹਨਾਂ ਦੀਆਂ 4 ਕਲਾਸਿਸ ਨੇ ਕੀਆਂ। ਠੀਕ ਹੈ।
ਪਲਾਂਟੇ ਜਿਹੜੇ ਆ ਉਹ ਯੂਕੈਰੀਓਟਿਕ ਕਲੋਰੋਫਿਲ ਕੰਟੇਨਿੰਗ ਆਰਗੈਨਿਜ਼ਮਸ ਹੁੰਦੇ ਨੇ। ਐਲਗੀ, ਬ੍ਰੇਫਾਈਟ, ਸਟੈਰੀਓਫਾਈਟ, ਜਿਮਨੋਸਪਰਮਸ ਤੇ ਐਂਜੀਓਸਪਰਮਸ ਕੀ ਆਪਾਂ ਨੂੰ ਪਲਾਂਟ ਦੇ ਵਿੱਚ ਆਪਾਂ ਇੰਕਲੂਡ ਕਰਦੇ ਹਾਂ। ਪਲਾਂਟਸ ਦੇ ਲਾਈਫ ਸਾਈਕਲ ਦੇ ਵਿੱਚ ਅਲਟਰਨੇਸ਼ਨ ਆਫ ਜਨਰੇਸ਼ਨ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ, ਮਤਲਬ ਗੈਮੇਟੋਫਾਈਟਿਕ ਤੇ ਸਪੋਰੋਫਾਈਟਿਕ ਜਨਰੇਸ਼ਨ ਇੱਕ ਦੂਸਰੇ ਨਾਲ ਕੀ ਕਰਦੇ ਨੇ, ਅਲਟਰਨੇਟ ਕਰਦੀਆਂ ਨੇ। ਹੈਟਰੋਟ੍ਰੋਫਿਕ ਯੂਕੈਰੀਓਟਿਕ ਆਰਗੈਨਿਜ਼ਮ ਜਿਹੜੇ ਕਿ ਮਲਟੀ ਸੈਲਰ ਹੁੰਦੇ ਨੇ ਤੇ ਜਿਹਨਾਂ ਕੋਲ ਸੈਲੇਬਲ ਨਹੀਂ ਹੁੰਦੀ, ਉਹਨਾਂ ਨੂੰ ਆਪਾਂ ਕਿੰਗਡਮ ਐਨੀਮੀਲੀਆ ਦੇ ਵਿੱਚ ਪਾਉਣੀ ਆ। ਤੇ ਇਹਨਾਂ ਦਾ ਮੋਡ ਆਫ ਨਿਊਟ੍ਰੀਸ਼ਨ ਕੀ ਹੁੰਦਾ ਹੈਗਾ, ਹੋਲੋਜ਼ੋਇਕ ਹੁੰਦਾ ਹੈਗਾ। ਐਂਡ ਨਾਓ